ਸਾਧ ਸੰਗਤ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ। 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 ਧੰਨ ਨਾਨਕ ਜਸ਼ਵੰਤੀ ਨਿਰਾਤਾਰ ਤਾਮ ਪਹਿਲਾ ਕਿਨ ਕਾਰਨ ਤੂੰ ਜਗ में आया मन में सोच विचार मेरी मेरी करता रहा तुम प्रभु को दिया विसार जिसने दिया उसने लिया तू क्यों भे उदास कल तक था जो तेरा अब और किसी के पास जो आया सो चल सीक दिन ये कुदरत का खेल आपे जोड़े आप बिछोड़े आपे बख्शन हाँ कर ले नाम कमाई बंदे नाम है मुक्त आधार 184 कट जाएंगे दर्शन होंगे मेहरबान यकीन। साध संगत जी, ये शब्द हजूर महाराज दर्शनदास जी दे हैं जिसनों जशवंती निराधार ताम पहला दिन संग्रह किया गया। हजूर साहबान अपने सुंदर मजमून के अंदर सानू ये समझा रहे हैं कि ऐ जी तू इस मन दे नाल विचार कर, पहचान कर कि किस कारण तेनों इस संसार के अंदर भेजा गया है। साडे इस संसार के अंदर आवन का मकसद की है, कारण की है, क्यों उस परमात्मा ने, उस परम पिता परमेश्वर ने, अकाल पुरख ने सानू इस दुनिया के अंदर भेजा है। पर असी की है कि इस संसार के अंदर आन के मैं मेरी दे विच फस गए हैं कि महाराज समझा ने मेरी मेरी करता रहा तो प्रभु को दिया विसर कि असी सिर्फ अपने आप नू ही विचारना है और अपने आप की ही खोज करनी है। क्योंकि जे असी दूसरिਆਂ ਨੂੰ तकन जावांगे, दूसरिਆਂ ਵੱਲ ध्यान करन जावांगे तो असी खुद आप ही खो जावांगे। क्योंकि दूसरिਆਂ ਨੂੰ असी ना जान सकते हाँ, ना समझ सकते हैं, ना उन्होंने पहचान ही कर सकते हैं। क्योंकि जीव नू सामने बैठ के भी नहीं पहचानिया जा सकता, अंदर तो की चल रहा तो आम जीव समझ ही नहीं सकता। इस करके ही कबीर साहब समझाते हैं कि बुरा जो ढूंढन मैं गया बुरा ना मिला कोई, जब ढूंढा अपने आप को मुझसे बुरा ना कोई। कबीर साहब समझाते हैं कि सानू अपने आप की तलाश करनी है। असी जो असी अपने आप की तलाश कर लवांगे, अपने आप को खोज लवांगे, सानू अपने आप दी त्रुटियां का पता चल जाएगा, अपने आप के गुणां का पता चल जाएगा, तो फिर सानू साडे ही विचारां के हिसाब नाल सानू इस संसार जिहड़ा है उस तरह का नजर आ जाएगा।
ਅਸੀਂ ਹਰ ਚੀਜ਼ ਸੰਸਾਰ ਨੂੰ ਬਲੇਮ ਦੇ ਦਿੰਦੇ ਹਾਂ। ਸੰਸਾਰ ਇਸ ਤਰ੍ਹਾਂ ਹੈ, ਸੰਸਾਰ ਇਸ ਤਰ੍ਹਾਂ ਹੈ, ਸੰਸਾਰ ਇਸ ਤਰ੍ਹਾਂ ਹੈ। ਸੰਸਾਰ ਦੇ ਅੰਦਰ ਕਿਸੇ ਦਾ ਕੋਈ ਦੋਸ਼ ਨਹੀਂ ਹੈ ਔਰ ਨਾ ਹੀ ਸੰਸਾਰ ਹੀ ਖਰਾਬ ਹੈ। ਕਿਉਂ ਸੰਸਾਰ ਇਸ ਕਰਕੇ ਖਰਾਬ ਨਹੀਂ ਹੋ ਸਕਦਾ ਕਿਉਂਕਿ ਸੂਰਜ ਸਤਯੁਗ 'ਚ ਵੀ ਉਸੇ ਤਰ੍ਹਾਂ ਚੜ੍ਹ ਰਿਹਾ ਸੀ, ਅੱਜ ਵੀ ਉਸੇ ਤਰ੍ਹਾਂ ਹੀ ਨਿਕਲ ਰਿਹਾ ਹੈ। ਉਸੇ ਤਰ੍ਹਾਂ ਪਸ਼ਚਿਮ 'ਚ ਜਾ ਕੇ ਛਪਦਾ ਸੀ, ਹੁਣ ਵੀ ਪਛਮ ਦੇ ਅੰਦਰ ਹੀ ਛਪ ਰਿਹਾ ਹੈ। ਉਸੇ ਤਰ੍ਹਾਂ ਹੀ ਪੂਰਨਮਾਸ਼ੀ, ਮੱਸਿਆ, ਸੰਗਰਾਂਦ ਸਭ ਇਸੇ ਤਰ੍ਹਾਂ ਹੀ ਚੱਲਦੀਆਂ ਸਨ ਪਹਿਲਾਂ ਵੀ, ਤੇ ਅੱਜ ਵੀ ਉਸੇ ਤਰ੍ਹਾਂ ਹੀ ਚੱਲਦੀਆਂ ਹਨ। ਤੇ ਸੰਸਾਰ ਕਿੱਥੋਂ ਖਰਾਬ ਹੋ ਗਿਆ? ਸਮੁੰਦਰ ਹੈ ਉਸੇ ਤਰ੍ਹਾਂ ਹੀ ਬਹਿ ਰਿਹਾ ਹੈ, ਨਦੀਆਂ ਹਨ ਉਸੇ ਤਰ੍ਹਾਂ ਹੀ ਬਹਿ ਰਹੀਆਂ ਹਨ, ਰੁੱਤਾਂ ਹਨ ਉਸੇ ਤਰ੍ਹਾਂ ਹੀ ਚੱਲ ਰਹੀਆਂ ਹਨ। ਗਰਮੀ, ਸਰਦੀ, ਬਰਸਾਤ, ਪਤਝੜ, ਬਸੰਤ ਸਭ ਰੁੱਤਾਂ ਉਸੇ ਤਰ੍ਹਾਂ ਹੀ ਆਉਂਦੀਆਂ ਹਨ। ਸੰਸਾਰ ਸਾਨੂੰ ਇਸ ਕਰਕੇ ਬਦਲਿਆ ਨਜ਼ਰ ਆਉਂਦਾ ਕਿ ਅਸੀਂ ਖੁਦ ਆਪ ਬਦਲ ਗਏ ਹਾਂ। ਸਾਡੀ ਆਪਣੀ ਸੋਚ ਹੀ ਚੇਂਜ ਹੋ ਗਈ ਹੈ। ਅਸੀਂ ਆਪਣੇ ਆਪ ਨੂੰ ਨਹੀਂ ਵਿਚਾਰਦੇ, ਨਾ ਹੀ ਅਸੀਂ ਆਪਣੇ ਆਪ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਆਪ ਗੁਨਾਹ ਕਰਦੇ ਹਾਂ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਸੰਸਾਰ ਦੇ ਵਿੱਚ ਬਹੁਤ ਗੁਨਾਹ ਹੋ ਰਿਹਾ ਹੈ। ਜੇ ਦੁਨੀਆ ਕਤਲ ਕਰ ਰਹੀ ਹੈ, ਕਿਸੇ ਦਾ ਜੀਵ ਕਰ ਰਿਹਾ ਹੈ, ਬੰਦਾ ਕਰ ਰਿਹਾ ਹੈ, ਕਿ ਸਮੇਂ ਕਰ ਰਿਹਾ ਹੈ? ਨਹੀਂ, ਕਿਉਂਕਿ ਸਾਡੀ ਹੀ ਜਿਹੜੀ ਸੋਚਣ ਸ਼ਕਤੀ ਹੈ, ਸਾਡੀ ਹੀ ਜਿਹੜੇ ਵਿਚਾਰ ਹਨ, ਉਹ ਇੱਕ ਦੂਜੇ ਨਾਲ ਈਰਖਾ, ਨਫ਼ਰਤ ਦੇ ਪੈਦਾ ਹੋ ਗਏ ਹਨ। ਕਿਉਂਕਿ ਮੇਰੀ ਦਾ ਸਵਾਲ ਹੋ ਜਾਂਦਾ ਕਿ ਮੈਂ ਸਭ ਕੁਛ ਹਾਂ, ਇਹ ਮੇਰਾ ਹੈ, ਮੇਰੇ ਵਰਗਾ ਕੋਈ ਬੁੱਧੀਮਾਨ ਨਹੀਂ ਹੈ, ਮੇਰੇ ਵਰਗਾ ਕੋਈ ਚੁਸਤ ਔਰ ਚਲਾਕ ਨਹੀਂ ਹੈ। ਇਹ ਘਰ ਮੇਰਾ ਹੈ, ਇਹ ਦੌਲਤ ਮੇਰੀ ਹੈ, ਪਿਤਾ ਮੇਰਾ ਹੈ, ਮਾਤਾ ਮੇਰੀ ਹੈ, ਧੀਆਂ ਪੁੱਤਰ ਮੇਰੇ ਹਨ। ਜੇ ਅਸੀਂ ਚੰਗੀ ਤਰ੍ਹਾਂ ਵਿਚਾਰ ਕਰੀਏ, ਸੋਚੀਏ ਤਾਂ ਸਾਡਾ ਕੌਣ ਹੈ ਇਸ ਦੁਨੀਆ ਦੇ ਅੰਦਰ? ਜੇ ਸਾਡਾ ਕੋਈ ਹੋਵੇ ਤਾਂ ਸਾਡੇ ਨਾਲ ਰਹੇ, ਸਾਨੂੰ ਛੱਡ ਕੇ ਕੋਈ ਨਾ ਜਾਵੇ। ਇਸ ਕਰਕੇ ਹੀ ਮਹਾਰਾਜ ਨੇ ਸਮਝਾਇਆ ਸਾਨੂੰ ਇਸ ਆਪਣੇ ਸ਼ਬਦਾਂ ਦੇ ਰਾਹੀਂ ਕਿ ਉਸ ਮਾਲਕ ਨੇ ਹੀ ਸਭ ਕੁਝ ਸਾਨੂੰ ਦਿੱਤਾ ਹੈ ਤੇ ਉਸ ਦੇ ਕੋਲ ਹੀ ਸਭ ਨੇ ਜਾਣਾ ਹੈ। ਇਹ ਧਨ ਦੌਲਤ ਉਸ ਪਰਮਾਤਮਾ ਦੀ ਦਿੱਤੀ ਹੋਈ ਹੈ। ਜੇ ਕਿ ਸਾਡੀ ਆਪਣੀ ਹੈ ਤੇ ਨਹੀਂ, ਕਿ ਜਿੱਦਾਂ ਜਿੱਦਾਂ ਦੇ ਅਸੀਂ ਕਰਮ ਕੀਤੇ, ਉਸ ਕਰਮਾਂ ਦੇ ਸਾਨੂੰ ਜਿੱਦਾਂ ਦਾ ਬੀਜ ਬੀਜਿਆ, ਉਸ ਤਰ੍ਹਾਂ ਸਾਨੂੰ ਉਸ ਫਲਾਂ ਦੇ ਆਧਾਰ ਦੇ ਨਾਲ ਸਾਨੂੰ ਜਾਮਾ ਮਿਲ ਗਿਆ। ਦਾਨ ਪੁੰਨ ਕੀਤਾ, ਸਾਨੂੰ ਦਾਨ ਦਾ ਫਲ ਮਿਲ ਗਿਆ। ਤਪੱਸਿਆ ਕੀਤੀ, ਤਪ ਦਾ ਫਲ ਮਿਲ ਗਿਆ। ਕਿਉਂਕਿ ਜਿਹੜੇ ਜੀਵ ਭਗਤੀ ਕਰਨ ਵਾਲੇ ਹਨ, ਜਾਂ ਜਿਹੜੇ ਜੀਵ ਉਸ ਈਸ਼ਵਰ, ਉਸ ਅਕਾਲ ਪੁਰਖ, ਉਸ ਵਾਹਿਗੁਰੂ ਦੇ ਨਾਲ ਜੁੜਦੇ ਹਨ, ਉਹਨਾਂ ਦਾ ਜਿਹੜਾ ਅਗਲਾ ਜਨਮ ਹੁੰਦਾ ਹੈ, ਉਹ ਪਰਮਾਤਮਾ ਆਪਣੇ ਹਿਸਾਬ ਦੇ ਨਾਲ, ਆਪਣੇ ਅੱਖਰਾਂ ਦੇ ਨਾਲ ਲਿਖ ਦਿੰਦਾ ਹੈ। ਕਿਉਂਕਿ ਤਪੋਂ ਰਾਜ ਬਿਠਾਉਂਦਾ, ਰਾਜੋ ਨਰਕ ਕਰੇ। ਤਪਸਵੀ ਜੀਵ, ਤਪ ਕਰਨ ਵਾਲਾ ਜੀਵ, ਜਿਸਨੇ ਤਪ ਕੀਤਾ, ਤਪੱਸਿਆ ਕੀਤੀ, ਨਾਮ ਸਿਮਰਨ ਕੀਤਾ, ਉਹਨਾਂ ਨੂੰ ਅਗਲੇ ਜਨਮ ਦੇ ਵਿੱਚ ਕੋਈ ਰਾਜਾ ਬਣ ਗਿਆ, ਕੋਈ ਸੇਠ ਬਣ ਗਿਆ, ਕੋਈ ਸ਼ਾਹੂਕਾਰ ਬਣ ਗਿਆ, ਕੋਈ ਵੱਡਾ ਬਿਜ਼ਨਸਮੈਨ ਬਣ ਗਿਆ। ਪਰ ਜਦੋਂ ਅਸੀਂ ਉਸ ਫਲ ਨੂੰ ਪਾ ਲਿਆ, ਤਪੱਸਿਆ ਦੇ ਨੂੰ, ਉਸ ਕਰਮਾਂ ਦਾ ਫਲ ਸਾਨੂੰ ਮਿਲ ਗਿਆ, ਤਪ ਕਰਕੇ ਰਾਜ ਮਿਲ ਗਿਆ, ਪੈਸਾ ਮਿਲ ਗਿਆ, ਮਾਣ ਮਿਲ ਗਿਆ, ਵਡਿਆਈ ਮਿਲ ਗਈ, ਸਮਾਜ ਦੇ ਅੰਦਰ ਇੱਜ਼ਤ ਮਾਣ ਪ੍ਰਾਪਤ ਹੋ ਗਿਆ, ਫਿਰ ਅਸੀਂ ਕੀ ਕਰਨ ਲੱਗ ਜਾਂਦੇ ਹਾਂ? ਗੁਨਾਹ ਕਰਨ ਲੱਗ ਜਾਂਦੇ ਹਾਂ।
राजा बन के आ गए, प्रजा ते जुल्म करना शुरू कर दिता। कोई ज़्यादा शाहूकार बन गया, पैसा बहुत आ गया, वो अपने आप दे विच कि मेरे वर्गा कोई ही नहीं है। वो छोटे जीव नूं, किसी गरीब नूं कुछ करके भी समझण नूं तैयार नहीं रहता। असीं अज दे समय दे नाल जिन्ने भी असीं साडे रिश्ते नाते हैं, सारे असीं स्वार्थी बनाए हुए हैं, स्वार्थ दे नाल हैं। किसी नाल स्वार्थ है साडा रिश्ता है, स्वार्थ नहीं है तो रिश्ता नहीं है। इस करके ही महाराज ने समझाया है कि इस मैं तो, इस मेरी तो जब तक असीं उपर नहीं उठते तो उन्नी देर तक ये साडा मन जिहड़ा है उसके अंदर शांत अवस्था पैदा नहीं हो सकती। क्योंकि जो असीं इस अंदर पाई जा रहे हैं वो एक दिन वो भी साडे नाल बाहर निकल जाना। असीं पिछले सत्संग एक एग्जाम्पल दित्ती सी, उदाहरण दित्ती सी कि जदों असीं छोटे हुंदे सां, अज भी हिंदुस्तान के अंदर भी इत्थे भी कई बच्चे जिन्हें असीं मनी बॉक्स कह दिंदे हां, पंजाबी च गोलक कह दिंदे हां, उहदे विच असीं 1 पैसा, 2 पैसे, 5 पैसे, 1 पाउंड, 2 रुपये, 10 रुपये पा के हौली हौली वो गोलक जिहड़ी है भर जाती है। जो असीं सेविंग की, जो असीं बचाया, असीं गोलक च पा दित्ता। ते जदों सानूं जरूरत हुई पैसे की, तुहानूं कोई बहुत ज़्यादा एमरजेंसी आ गई, तुसीं उस तरह कभी गोलक चों पैसा नहीं कढ़दे, मनी बॉक्स चों उदां कभी पैसा नहीं कढ़दे जिन्नी देर तक सानूं कोई खास जरूरत ना हो। जदों किते खास जरूरत होंदी है तो असीं उस मनी बॉक्स के अंदरों पैसे कढ़ के अपना कारज जिहड़ा है वो सवार लैंदे हैं। इसे तरह ही इस शरीर रूपी गोलक जिहड़ी है, इस शरीर भी एक गोलक की तरह ही है। जो जो असीं इहदे विच पाई जावांगे, जे असीं नाम जपदे हां, सिमरन करते हैं, बंदगी करते हैं, भगती करते हैं, मंदिर गुरुद्वारे जाते हैं, जो जो तुसीं उस तो कमाई करके बचा के इहदे विच पा दिंदे हां, इह बचिया रहिंदा है। जदों किते साडे ते कोई दुख जां कोई इस तरह की भारी तकलीफ आ जाती है तो वह नाम रूपी जिहड़ा साडा शब्द है वो साडा सहारा बन के सानूं उस दुख चों कढ दिंदा है। वो तद ही साडा सुख दे विच सहारा बनेगा जे असीं सत्संग, कीर्तन, सिमरन का ध्यान करांगे। जे असीं सत्संग दे विच जाना नहीं है, सुनना नहीं है, जे कीर्तन तुहाडे टीवी ते लगा होया है, जां टेपां दे विच है, जां सीडी दे अंदर है, जे असीं उहदे वल ध्यान नहीं देना, सुनना नहीं है, तो साडे दुखां दा नाश नहीं हो सकदा। कहने सुनिए सत संतोख ज्ञान, सुनिए 68 तीर्थ स्नान, सुनिए दुख पाप का नाश। जपजी साहब के अंदर महाराज सानू क्लीयर ਇਹਦੇ बारे समझा रहे हैं। असी ना तो घर के अंदर कीर्तन सुनना चाहते हैं, ना असी अपने मुर्शिद का नाम जपते हैं। जे नाम जपते भी हाँ, ध्यान कर भी लिया माता का, कृष्ण का, श्री गुरु ग्रंथ साहब महाराज का, हनुमान जी का, किसी का भी असीं ध्यान कर लिया, मन लिया, पर जे साडे अपने अंदरों काम क्रोध का विनाश ही नहीं होगा फिर कोई फायदा नहीं। क्योंकि नाम जप लिया, नाम का ध्यान कर लिया, सिमरन कर लिया, पर अंदर तक वो ना रह गया तो की करेंगे। जो असीं कमाया वो साड़ दिता।
क्रोध की एक ऐसी अग्नि है जिसने साढ़े सब कुछ नाश हो जाता है। कहते विचार ये करने वाली गल है। सत्संग का मतलब ये नहीं है कि तुसीं साधु बनना है, संत बनना है, फकीर बनना है, कुछ बनना है, तुसीं बन नहीं सकते। साडे कोल उन्नी पहुंच ही नहीं है कि असीं उस तक पहुंच सके। महाराज क्या करते सी, तुसीं सिर्फ और सिर्फ अपने इस जन्म नूं सुधार लो। हजूर महाराज दर्शन दास जी ने, किसी ने सवाल किया कि महाराज जी कल तारन तां गुरु नानक आया सी, तुसीं इस संसार के अंदर क्यों अवतार धारण किया? कलयुग तारन वास्ते आए हो? महाराज ने कहा कि नहीं, कहते सिर्फ गुरु नानक साहिब ही कल तारन आए से, उन्होंने नाम ना ही कल करना है। असी तो सिर्फ इस वेले एक प्रेम का संदेश देना है, क्योंकि हर घर के अंदर कला कलेश है, हर घर के अंदर झगड़ा है, भैन भरा का झगड़ा है, धीआं पुत्रां का झगड़ा है, पति पत्नी का झगड़ा है। असी सिर्फ कलेश जिहड़ा है उसनूं खत्म करने वास्ते आए कि तुसीं अपने घरां दे अंदर प्रेम पैदा करो। कि महाराज के शब्दों के राही जिन प्रेम कियो तिन प्रभु। जिसी प्रेम ही नहीं है साडे अंदर, प्यार ही नहीं है किसी के प्रति, तो असीं उस परमात्मा नूं नहीं पा सकते। कि जिसी क्रोध आता है, एक पासे असीं कह दिंदे हां कि ईश्वर परमात्मा साडे अंदर वसदा है, तो जे परमात्मा अंदर वसदा है तो क्रोध का वस किदां हो सकता है? सारे कहने हैं कि परमात्मा साडे अंदर रहता है, साडे कोल है। पर महाराज जी ये भी क्या करते सन कि परमात्मा तुहाडे अंदर रहंदा है पर वसदा नहीं है। को रहन दे विच ते वसन दे अंदर बहुत फर्क है। उस तरह की महाराज एग्जाम्पल दिया करते सी कि साडे कोल 4-5 घर हैं। जो घर का पुछते हैं कि घर किहदा है, जिस भी जीव का घर होंदा है तो उसका ही नाम दस्या जाता है कि ये घर फलाने जीव का है। पर जे असीं पुछ लईए कि भाई वो रहिंदा कित्थे है, फिर वो जिथे वो जीव अपने घर दे विच रहिंदा है तो उसका ही पता दस्या जाता है। इस करके वो ईश्वर जिहड़ा है वो सिर्फ और सिर्फ संतां महात्मा दे कोल, ऋषियां मुनियां दे कोल जां भगतां दे कोल रहिंदा है। जब तक असीं भगत नहीं बने, भगती नहीं की, बंदगी नहीं की, उन्नी देर तक सानू उस ईश्वर का ज्ञान जिहड़ा है सानू उहदे बारे पता नहीं चल सकता। इस करके ही महाराज जी ने सुखमनी साहब के अंदर समझाया है, सुख मनि सुख अमृत प्रभ नाम भगत जना के कर विश्राम। कि वो सिर्फ और सिर्फ भगतां दे कोल रहिंदा है। जे असीं उहनूं मन लैंदे हां तद है, जे असीं उहनूं मनदे नहीं, विचारदे नहीं तां सानूं पता नहीं लगदा। उहनूं मनना पवेगा, उहनूं विचारना पवेगा। है ना, मन्ने की कत कही ना जाए, मन्ने तरे तारे गुर सिख। मनन दे नाल उस ईश्वर नूं, उस नाम नूं मनन दे नाल, उहदे जुड़न दे नाल तद ही असीं इस भव सागर तो पार हो सकते हैं। जे असीं मन्निया ही नहीं, मन लिया पर उन्होंने विचारिया नहीं, तो गल
इस करके ही महाराज ने समझाया सानू कि इस मेरी मेरी जी है मैं जी है, जब तक असी इसका त्याग नहीं करते उन्नी देर तक साडे अंदर सुख और शांति नहीं रह सकती। हमारे कहते मेरी मेरी करता रहा तो प्रभु को दिया विषय ने, जिसने दिया उसने लिया, तुम क्यों भय अदास। ਹੁਣ ਕਿੰਨੇ ਸੁੰਦਰ ਸ਼ਬਦਾਂ ਦੇ ਰਾਹੀਂ ਹਜ਼ੂਰ ਮਹਾਰਾਜ ਦਰਸ਼ਨਦਾਸ ਜੀ ਸਾਨੂੰ ਆਪਣੀ ਰਚਨਾ ਦੇ ਰਾਹੀਂ ਸਮਝਾ ਰਹੇ ਹਨ ਕਿ ਜੋ ਵੀ ਸਾਨੂੰ ਮਿਲਿਆ ਹੈ ਉਹ ਉਸ ਪਰਮ ਪਿਤਾ ਪਰਮਾਤਮਾ ਦਾ ਹੈ। ਇਹ ਸਰੀਰ ਵੀ, ਧਨ ਵੀ, ਦੌਲਤ ਵੀ, ਧੀਆਂ ਵੀ, ਪੁੱਤਰ ਵੀ, ਕਹਿੰਦੇ ਜੀ ਉਸਨੇ ਸਾਨੂੰ ਦਿੱਤਾ ਹੈ, ਜੇ ਉਹਨੇ ਸਾਡੇ ਕੋਲ ਖੋ ਵੀ ਲਿਆ, ਲੈ ਵੀ ਲਿਆ, ਤੇ ਸਾਨੂੰ ਉਦਾਸ ਨਹੀਂ ਹੋਣਾ ਚਾਹੀਦਾ। ਜਿੱਦਾਂ ਅਸੀਂ ਆਮ ਜਦੋਂ ਮ੍ਰਿਤਕ ਸਰੀਰ ਹੁੰਦਾ ਹੈ, ਜਦੋਂ ਇਸ ਸੰਸਾਰ 'ਚ ਜੀਵ ਚਲਾ ਜਾਂਦਾ ਹੈ, ਤਾਂ ਇਹੀ ਕਿਹਾ ਜਾਂਦਾ ਹੈ ਕਿ ਭੇਜੇ ਆਏ ਨਾਨਕਾ ਸੱਦੇ ਉੱਠੇ ਜਾਇਆ। ਪਰ ਜੇ ਅਸੀਂ ਇਹਨੂੰ ਵਿਚਾਰੀਏ, ਜੋ ਕੁਛ ਵੀ ਅਸੀਂ ਕਰ ਰਹੇ ਹਾਂ, ਜੋ ਹੋ ਰਿਹਾ ਸਭ ਕੁਛ ਪਰਮਾਤਮਾ ਦੇ ਹੁਕਮ ਨਾਲ ਤੇ ਹੋ ਰਿਹਾ ਹੈ, ਤੇ ਅਸੀਂ ਉਹਦੀ ਵੰਡੀਆਂ ਪਾ ਲਈਆਂ ਹਨ, ਕਿਉਂਕਿ ਅਸੀਂ ਬਾਣੀ ਨੂੰ ਵਿਚਾਰਦੇ ਨਹੀਂ ਹਾਂ, ਬਾਣੀ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੁਰ, ਜਿਨ ਸੇਵਿਆ ਤਿਨ ਪਾਇਆ ਵਾ, ਨਾਨਕ ਗਾਵੀਏ ਗੁਣੀ ਨਿਦਾ। ਅਸੀਂ ਤੁਹਾਨੂੰ ਥਾਪ ਕੇ ਬੈਠ ਰਹੇ ਹਾਂ, ਹਿੰਦੂਆਂ ਦਾ ਰਾਮ ਹੈ, ਇਹ ਸਿੱਖਾਂ ਦਾ ਨਾਨਕ ਹੈ, ਅੱਲਾ ਮੁਸਲਮਾਨਾਂ ਦਾ ਹੈ, ਜੀਸਸ ਕ੍ਰਿਸਚਨ ਦਾ ਹੈ, ਅਸੀਂ ਤਾਂ ਵੰਡੀਆਂ ਪਾ ਕੇ ਬੈਠ ਗਏ ਹਾਂ ਕਿ ਉਹਨੂੰ ਇੱਕ ਜਗ੍ਹਾ ਤੇ ਬਣ ਕੇ ਬੈਠਾ। ਪਰ ਮਹਾਰਾਜ ਕਹਿੰਦੇ ਉਹਨੂੰ ਤਾਂ ਕਿਸੇ ਥਾਪੇ ਨਹੀਂ ਚਾ ਸਕਦਾ, ਉਹ ਤਾਂ ਖੁਦ ਆਪ ਹੀ ਨਾਰਾਇਣ ਹੈ, ਆਪ ਹੀ ਨਿਰੰਕਾਰ ਹੈ, ਤੁਹਾਨੂੰ ਉਸ ਕਿੱਥੇ ਬਦਲ। ਕਹਿੰਦੇ ਜਿਹੜਾ ਉਸ ਨੂੰ ਸੁਣਦਾ ਹੈ, ਉਹਨੂੰ ਜਾਣਦਾ ਹੈ, ਜਦੋਂ ਉਹਦੇ ਗੁਣਾਂ ਨੂੰ ਵਰਤਾਉਂਦਾ ਹੈ, ਉਸ ਦੀ ਰਹਿਮਤ ਨੂੰ ਵਰਤਾਉਂਦਾ ਹੈ, ਉਸਦੇ ਨਾਮ ਦੀ ਕਿਸੇ ਗੱਲ ਕਰਦਾ ਹੈ। ਜੇ ਕਿਤੇ ਅਸੀਂ ਬੈਠਦੇ ਹਾਂ ਆਪਣੇ ਮੁਰਸ਼ਿਦ ਦੀ, ਗੁਰੂ ਦੀ ਗੱਲ ਕਰਦੇ ਹਾਂ, ਕਹਿੰਦੇ ਉਹਨਾਂ ਨੂੰ ਹੀ ਇਸ ਸੰਸਾਰ ਦੇ ਅੰਦਰ ਨਾ ਮਾਣ ਮਿਲਦਾ। ਗਾਵੀਏ ਸੁਣੀਏ ਦੁੱਖ ਪਰ ਹਰ, ਗਾਣ ਦੇ ਨਾਲ ਇਹ ਸਾਡੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਕਹਿੰਦੇ ਜਿਨ ਸੇਵਿਆ ਤਿਨ ਪਾਇਆ ਹੋਣਾ। ਤੇ ਮਹਾਰਾਜ ਜੀ ਆਪਣੀ ਰਚਨਾ 'ਚ ਵੀ ਸਮਝਾਉਂਦੇ ਹਨ, ਜਨ ਨਾਨਕ ਉੱਤਮ ਪਦ ਪਾਇਆ, ਜਾਂ ਸਤਿਗੁਰ ਲਿਖਿਆ। ਕਹਿੰਦੇ ਇਹ ਜੀਵ ਨੂੰ, ਕਹਿੰਦੇ ਜਨ ਦਾ ਮਤਲਬ ਹੁੰਦਾ ਜੀਵ, ਕਹਿੰਦੇ ਜਨ ਨਾਨਕ ਉੱਤਮ ਪਦ ਪਾਇਆ। ਮਹਾਰਾਜ ਸਮਝਾਉਂਦੇ ਨੇ ਉਸ ਜੀਵ ਨੇ ਜਿਸ ਨੇ ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕੀਤਾ, ਧਿਆਨ ਕੀਤਾ, ਬੰਦਗੀ ਕੀਤੀ, ਤੇ ਉਸ ਨੂੰ ਹੀ ਮਾਣ ਮਿਲਿਆ। ਕਦੋਂ? ਜੋ ਸਤਿਗੁਰ ਲਿਖਿਆ, ਜਦੋਂ ਆਪਣੇ ਆਪ ਨੂੰ ਉਸ ਈਸ਼ਵਰ ਨਾਲ ਜੋੜ ਦਿੱਤਾ, ਉਸ ਨਿਰੰਕਾਰ ਨਾਲ ਜੋੜ ਦਿੱਤਾ। ਇਹ ਨਹੀਂ ਹੈ ਕਿ ਅਸੀਂ ਗੁਰਦੁਆਰੇ ਗਏ, ਸਵੇਰ ਨੂੰ ਚਲੇ ਗਏ, ਅਸੀਂ ਆਪਣਾ ਜੁੜ ਗਏ ਹਾਂ, ਨਹੀਂ। ਮੰਦਰ ਗਏ, ਆਰਤੀ ਕਰਨ ਦੇ ਜੁੜ ਗਏ ਹਾਂ, ਨਹੀਂ। ਇੱਥੇ ਆਏ ਹਾਂ, ਬੈਠੇ ਹਾਂ, ਜੁੜ ਗਏ ਹਾਂ, ਨਹੀਂ। ਜੁੜਨ ਦਾ ਮਤਲਬ ਹੈ ਕਿ ਆਪਣੇ ਅੰਦਰੋਂ ਜੁੜਨਾ ਹੈ। ਅੰਦਰੋਂ ਕਿਸ ਤਰ੍ਹਾਂ ਜੁੜਨਾ ਹੈ? ਨਾਮ ਦੇ ਨਾਲ ਉਸਦਾ ਧਿਆਨ ਕਰਕੇ, ਆਪਣੇ ਪੰਜਾਂ ਚੋਰਾਂ ਨੂੰ ਮਾਰ ਕੇ, ਕਾਮ ਕ੍ਰੋਧ ਲੋਭ ਹੰਕਾਰ ਦਾ ਨਾਸ਼ ਕਰਕੇ, ਸ਼ਬਦ ਰੂਪ ਰਸ ਗੰਧ ਸ਼ਬਦ ਤੋਂ ਉੱਪਰ ਉੱਠ ਕੇ ਉਹਨੂੰ 10ਵੇਂ ਦੁਆਰ ਤੱਕ ਲੈ ਕੇ ਜਾਣਾ ਹੈ। ਜਦ ਤੱਕ ਅਸੀਂ ਉਸ ਨੂੰ 10ਵੇਂ ਦੁਆਰ ਤੱਕ ਟਿਕਾਉਂਦੇ ਨਹੀਂ ਹੈ, ਟਿਕਦਾ ਨਹੀਂ ਹੈ, ਉਨੀ ਦੇਰ ਤੱਕ ਅਸੀਂ ਜੁੜ ਨਹੀਂ ਸਕਦੇ। ਅਸੀਂ ਜਾਣ ਨਾਲ ਨਹੀਂ ਜੁੜ ਗਏ ਕਿ ਅਸੀਂ ਮੰਦਿਰ ਗਏ ਜੁੜ ਗਏ ਹਾਂ, ਗੁਰਦੁਆਰੇ ਗਏ ਹਾਂ ਜੁੜ ਗਏ ਹਾਂ, ਨਹੀਂ। ਜੁੜਨ ਵਾਸਤੇ ਆਪਣੇ ਆਪ ਨੂੰ ਚੇਂਜ ਕਰਨਾ ਪਵੇਗਾ, ਬਦਲਣਾ ਪਵੇਗਾ।
ਜਦੋਂ ਬੁੱਲੇ ਸ਼ਾਹ ਸਮਝਾਉਂਦਾ ਰੱਬ ਦਾ ਕੀ ਪਾਣਾ, ਇੱਥੋਂ ਉੱਠਣਾ ਤੇ ਇੱਥੇ ਲਾਉਣਾ। ਉਹ ਕਿਸ ਤਰ੍ਹਾਂ ਕਬੀਰ ਸਾਹਿਬ ਦੇ ਬਾਰੇ ਸਮਝਾਉਂਦੇ ਹਨ। ਪਾਣੀ में है मीन प्यासी, मोहे सुन सुन आवे हासी, घट में है दूर बतावे, दूर की पावन राशि। ਅਸੀਂ ਸਾਰੇ ਕਹਿੰਦੇ ਹਾਂ ਕਿ ਉਹ ਸਾਡੇ ਅੰਦਰ ਹੈ, ਪਰ ਫਿਰ ਵੀ ਕਹਿੰਦੇ ਹਾਂ ਉਹ ਉੱਪਰ ਹੈ। ਕਬੀਰ ਸਾਹਿਬ ਸਮਝਾਉਂਦੇ ਹਨ ਕਿ ਮੱਛਲੀ ਪਾਣੀ ਦੇ ਵਿੱਚ ਰਹਿ ਕੇ किस तरह प्यास में महसूस करती है, कितना प्यासी रहती है। और रही पानी च है, कहते कबीर साहब कहते पानी में मीन प्यासी, मैं सुन सुन आ गया हासी कि मछली पानी के विच है तो मैनू हासी आ रही है, मैनू मजाक लग रहा है कि पानी के विच मछली है पर वो फिर भी प्यासी है। पर क्यों? क्योंकि मछली जिहड़ी है पानी च रहिंदे होए उहदी प्यास नहीं बुझदी। ਅਸੀਂ ਕਦੀ ਦੇਖਿਆ ਹੋਵੇਗਾ ਤਲਾਬ ਦੇ ਅੰਦਰ ਜਾਂ ਦਰਿਆ ਦੇ ਅੰਦਰ ਜਾਂ ਨਦੀਆਂ ਦੇ ਅੰਦਰ ਮੱਛਲੀਆਂ ਦੇਖੀਆਂ ਨੇ, ਮੱਛਲੀ ਇਸ ਤਰ੍ਹਾਂ ਚੱਲਦੀ ਹੈ, ਉਹਦਾ ਮੂੰਹ ਏਦਾਂ ਉੱਪਰ ਨੂੰ ਖੁੱਲਦਾ ਹੈ। ਜਦ ਤੱਕ ਉਹਦਾ ਮੂੰਹ ਉੱਪਰ ਨੂੰ ਖੁੱਲਦਾ ਹੈ ਉਹਦੇ ਅੰਦਰ ਮੁੱਖ ਦੇ ਅੰਦਰ ਪਾਣੀ ਨਹੀਂ ਜਾਂਦਾ। ਜਦੋਂ ਕਿਤੇ ਨੂੰ ਪਿਆਸ ਲੱਗਦੀ ਹੈ ਤੇ ਉਸ ਨੂੰ ਉਲਟਣਾ ਪੈਂਦਾ ਹੈ। ਜਦੋਂ ਟਰਨ ਕਰਦੀ ਹੈ ਤੇ ਉਹਦਾ ਮੁੱਖ ਉੱਪਰ ਨੂੰ ਖੁੱਲਦਾ ਹੈ। ਜਦੋਂ ਮੁੱਖ ਉਹਦਾ ਉੱਪਰ ਨੂੰ ਖੁੱਲਦਾ ਹੈ ਤੇ ਉਹਦੇ ਅੰਦਰ ਉਹ ਜਲ ਜਾਂਦਾ ਹੈ ਤੇ ਉਹ ਆਪਣੀ ਪਿਆਸ ਮਿਟਾਉਂਦੀ ਹੈ। ਕਹਿੰਦੇ ਘਟ ਮੇਂ ਹੈ, ਅਸੀਂ ਸਾਰੇ ਕਹਿੰਦੇ ਕਿ ਸਰੀਰ ਦੇ ਅੰਦਰ ਹੈ, ਪਰ ਅਸੀਂ ਨਾਲ ਇਹ ਵੀ ਕਹਿੰਦੇ ਉਹ ਉੱਥੇ ਬੈਠਾ ਹੋਇਆ। ਜੇ ਸਾਡੇ ਅੰਦਰ ਹੈ ਤੇ ਸਾਨੂੰ ਨਾ ਤਾਂ ਸ਼ਰਾਬ ਪੀਣੀ ਸਿਖਾਉਂਦਾ ਹੈ, ਨਾ ਸਾਨੂੰ ਮਾਸ ਖਾਣਾ ਸਿਖਾਉਂਦਾ ਹੈ, ਨਾ ਕਿਸੇ ਦੀ ਈਰਖਾ ਕਰਨੀ ਸਿਖਾਉਂਦਾ ਹੈ, ਨਾ ਸਾਨੂੰ ਕਿਸੇ ਚੁਗਲੀ ਕਰਨੀ ਸਿਖਾਉਂਦਾ ਹੈ। ਪਰ ਅਸੀਂ ਸਭ ਕੁਝ ਕਰਦੇ ਹਾਂ ਤੇ ਅਸੀਂ ਨੂੰ ਜਾਣਦੇ ਨਹੀਂ ਹਾਂ ਕਿ ਸਾਡੇ ਅੰਦਰ ਹੈ। ਜਿਸ ਤਰ੍ਹਾਂ ਮੱਛਲੀ ਨੂੰ ਉਲਟਾ ਹੋਣਾ ਪੈਂਦਾ ਪਾਣੀ ਦੀ ਪਿਆਸ ਨਾਲ, ਇਸੇ ਤਰ੍ਹਾਂ ਹੀ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਨੂੰ ਜਾਣਨ ਵਾਸਤੇ ਆਪਣੇ ਆਪ ਨੂੰ ਉਲਟਣਾ ਪਵੇਗਾ, ਆਪਣੇ ਆਪ ਨੂੰ ਚੇਂਜ ਕਰਨਾ ਪਵੇਗਾ, ਆਪਣੇ ਆਪ ਨੂੰ ਸਵਾਰਨਾ ਪਵੇਗਾ, ਨਿੰਦਾ ਛੱਡਣੀ ਪਵੇਗੀ, ਈਰਖਾ ਛੱਡਣੀ ਪਵੇਗੀ, ਵੈਰ ਵਿਰੋਧ ਛੱਡਣਾ ਪਵੇਗਾ ਕਿਸੇ ਦੇ ਨਾਲ। ਕਿਉਂ ਬਾਣੀ ਦੇ ਰਾਹੀਂ ਤਾਂ ਨਿੰਦਕ ਨੂੰ ਬਹੁਤ ਹੀ ਪੈੜਾ ਕਿਹਾ ਗਿਆ ਹੈ। ਕਹਿੰਦੇ ਨਿੰਦਾ ਬਲੀ ਕਿਸਕੀ ਨਹੀਂ, ਮਨ ਮੁਖ ਮੁਕਤ ਕਰਨ, ਮੂੰਹ ਕਾਲੇ ਤਿਨ ਨਿੰਦਕਾਂ ਨਰਕੋਂ ਕੋਟ ਪਵਨ। ਕਿ ਉਹਨਾਂ ਨੂੰ ਤਾਂ ਨਰਕਾਂ ਦੇ ਅੰਦਰ ਵੀ ਜਗ੍ਹਾ ਨਹੀਂ ਮਿਲਦੀ ਨਿੰਦਿਆ ਕਰਨ ਵਾਲਿਆਂ ਨੂੰ। ਤੇ ਅਸੀਂ ਕਿਸੇ ਦੀ ਨਿੰਦਿਆ ਕਰਕੇ, ਕਿਸੇ ਦਾ ਬੁਰਾ ਕਰਕੇ ਤੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੇ ਹਾਂ। ਕਿਸੇ ਦਾ ਮਨ ਦੁਖਾ ਕੇ, ਕਿਸੇ ਨੂੰ ਦੁਖੀ ਕਰਕੇ ਤੇ ਅਸੀਂ ਕਹਿੰਦੇ ਕਿ ਮੈਂ ਬਹੁਤ ਚੰਗਾ ਕੰਮ ਕਰ ਦਿੱਤਾ ਹੈ। ਤੇ ਅਸੀਂ ਵਿਚਾਰਿਆ ਨਹੀਂ। ਦੁੱਖਾਂ ਦਾ ਨਾਸ਼ ਕਰਨ ਵਾਸਤੇ ਉਸ ਹਰੀ ਦਾ ਨਾਮ ਹੈ। ਦੁੱਖ ਸੰਤਾਪ ਨਾ ਲਾਗੇ ਜੇ ਹਰ ਕਾ ਨਾਮ ਆਧਾਰ। ਫਿਰ ਦੁੱਖ ਸੰਤਾਪ ਨਾ ਲਾਗੇ ਕਦੋਂ? ਜਦੋਂ ਉਸ ਹਰੀ ਦਾ, ਉਸ ਪਰਮਾਤਮਾ ਦਾ, ਵਾਹਿਗੁਰੂ ਦਾ, ਨਾਰਾਇਣ ਦਾ, ਨਿਰੰਕਾਰ ਦਾ ਨਾਮ ਜਪਾਂਗੇ, ਉਸ ਦਾ ਬੇਸ ਬਣਾਵਾਂਗੇ ਆਪਣਾ। ਜਦ ਤੱਕ ਅਸੀਂ ਉਸ ਦਾ ਬੇਸ ਹੀ ਨਹੀਂ ਬਣਾਇਆ, ਉਸ ਦਾ ਧਿਆਨ ਹੀ ਨਹੀਂ ਕੀਤਾ ਤੇ ਸਾਨੂੰ ਸੁੱਖ ਕਿੱਦਾਂ ਪ੍ਰਾਪਤ ਹੋ ਸਕਦਾ? ਅਸੀਂ ਸਰੀਰਕ ਰੋਗ ਕਿੱਦਾਂ ਕਰਦੇ ਜਾ ਸਕਦੇ ਹਾਂ? ਜਦ ਤੱਕ ਅਸੀਂ ਉਹਨੂੰ ਵਿਚਾਰਦੇ ਨਹੀਂ। ਤੇ ਮਹਾਰਾਜ ਜੀ ਇਹਦੇ ਬਾਰੇ ਵੀ ਸਾਨੂੰ ਸਮਝਾਉਂਦੇ ਹਨ ਕਿ ਉਹ ਪਰਮਾਤਮਾ ਜਿਹੜਾ ਹੈ, ਉਹ ਈਸ਼ਵਰ ਜਿਹੜਾ ਹੈ, ਉਹਨੂੰ ਪਾਵਨ ਦੇ ਲਈ ਇੱਕ ਸਿਰਫ ਪ੍ਰੇਮ ਦੇ ਉੱਪਰ ਸਮਝਾਇਆ। ਹਰੇ ਵਿਆਪਕ ਸਰਵਤ ਸਮਾਨਤਾ, ਪ੍ਰੇਮ ਤੇ ਪ੍ਰਗਟ ਹੋਏ ਮੈਂ ਜਾਂਦਾ। ਇਹ ਤੁਲਸੀਦਾਸ ਜੀ ਰਾਮਾਇਣ ਦੇ ਅੰਦਰ ਸਮਝਾ ਰਹੇ ਹੈ। ਅਸੀਂ ਕਹਿੰਦੇ ਹਾਂ ਕਿ ਪ੍ਰਵਾਨ ਸਭ ਜਗ੍ਹਾ ਵਿਆਪਕ ਹੈ, ਕਿ ਅਸੀਂ ਉਹਨੂੰ ਜਾਣਦੇ ਹਾਂ, ਕਿ ਅਸੀਂ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਕਿ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਹਰ ਜਗ੍ਹਾ ਹੈ। ਤੁਲਸੀਦਾਸ ਜੀ ਕਹਿੰਦੇ ਹਨ ਕਿ ਉਹ ਪ੍ਰਮਾਤਮਾ ਸਭ ਜਗ੍ਹਾ ਤੇ ਹੈ,
कदों मिलेगा सानू? हरि व्यापक सर्वत समान, कहते उन्होंने प्रगट करने वास्ते, उन्होंने जानने वास्ते सानू इस संसार के नाल प्रेम करना पवेगा। प्रेम ते प्रगट होए मैं जाता। एडे वड्डे उच्च कोटि के संत जिन्होंने रामायण की रचना कर दी, वो सानू उस प्यार के बारे समझाते हैं। जब तक प्रेम ही नहीं है, प्यार ही नहीं है, ਅਸੀਂ किस तरह समझ सकते हैं उसमें वो मालक शब्द जिस कहने कि सब जगह व्यापक है, तो ਅਸੀਂ किस तरह किसी को दुख दे सकते हैं? क्यों मैं अपनी पत्नी ਨਾਲ झगड़ा कर सका? क्यों मैं अपने बच्चों को दुख दे सका? क्यों अपने ਧੀਆਂ ਪੁੱਤਰਾਂ ਨੂੰ, ਨੋਹਾਂ ਨੂੰ, ਬੇਟਿਆਂ ਨੂੰ दुख दे सका? ਗੁਆਂਢੀਆਂ ਨੂੰ दुख सका? किसी दोस्त मित्र ਨੂੰ दुख दे सका? ਅਸੀਂ कहने कि सब जगह व्यापक है, पर दूसरे को कह सकते हैं, पर ਅਸੀਂ अपने आप का विचारते नहीं। दूसरे को कहना आसान है, पर अपने आप को समझना बहुत मुश्किल है। क्योंकि बंदगी के रस्ते से, भगती के रस्ते से, गुरबाणी के रस्ते से, रामायण गीता के रस्ते से आम जीव नहीं चल सकता। जिन्होंने लिखी है वही ही इतने चल सकते। गुरबाणी संतां महात्मा ने लिखी है, गुरुआं ने लिखी है, वही इतने चले हैं, और उन्होंने ही सानू चल के दिखाया है। जे तो प्रेम खिलन का चाहो, सिर धर गली मोह मरिया, इस मार्ग शीस दीजिए, कान ना कीजिए। वो चले इहदे उत्ते उन्होंने अपना सर्वंश कुर्बान कर दिता। महाराज जी ने मानवता के लिए कदम चक्या, तो उन्होंने अपनी कुर्बानी देनी पड़ी। पंचे पातशाह गुरु अर्जन देव जी लोगों के भले नहीं चले, तो अपने ही रिश्तेदार दुश्मन बन गए, तथ्यों के मध्य बढ़ा दिता गया। कृष्ण महाराज जी महाभारत करनी पै गई, तो प्रभु राम जंगलों के विच सुके फल खा के जीवन व्यतीत करना पड़ेगा। क्योंकि इस मार्ग से आम जीव नहीं चल सकता। हजूर महाराज जी क्या भी करते सन, महाराज दर्शनदास जी, जिहड़ा इस मार्ग से चलने की कोशिश करेगा, उन्होंने तलवार की नोक के उत्ते चलना पड़ेगा। जिहड़ा जीव तलवार की नोक से चलने को तैयार है, वही इस रस्ते से चल सकता है। कि सच मौत है, सच मौत है, जिंदगी जीवन है। झूठा साडा जीवन है, सच मौत है। तुम किसी ने भी सच बारे दसोगे, सच्ची गवाही दोगे, सच बारे बयान करोगे, तो तेरे जीव को मार दो। क्योंकि सच कड़वा है। तो सत्संग का मतलब यह है कि सच का संग करना, सच दे नाल अपने आप को जोड़ना। सच सिर्फ परम पिता परमात्मा है, ते एक उसका नाम है, तीजी उसका मौत है। इस संसार के अंदर, इस खंडा ब्रह्मांड तीन ही चीज़ां सच हैं, चौथी कोई चीज़ भी सच नहीं है। जो सानू नजर आ रहा है सब झूठ है। सोई थिर जो सच रहा है, उपजे बिन से सब झूठ हो जाए। भगत कबीर जी के बारे समझा रहे हैं कि थिर पक्की रहने वाली केड़ी चीज है? थिर सोई जो सच रहा है, जो सच है वो की है? नाम। सच्चे नाम की तिल वडियाई, आख थके कीमत नहीं पाए। उस सच नाम के नाल, सत नाम के नाल थोड़ा जिहा भी जपन के नाल उसकी कीमत नहीं पा सकते। वेद किते भर गए उसकी महिमा लिख लिख के,
4 वेद, 18 पुराण, स्मृतियां, शास्त्र, गुरु ग्रंथ साहिब महाराज जी, रामायण, गीता, बाइबल, कुरान, जशवंती निराकार धाम पहला महाराज ने लिख दी। ये उसका जश लिख लिख के भर गए हैं, पर उसकी महिमा बयान नहीं की जा सकती। इस करके ही वो बेमुल्य है, प्राइसलैस है, उसकी कोई कीमत नहीं है। जिहड़े उस एक पल भी उन्होंने ध्यान लेंदा है। फिर किसी ने किसी पूर्ण संत का संग कर लिया, जिन्होंने सच ना जोड़ लिया है अपने आप को, कि वो इत्थे भी तो उत्थे भी साथ देता है। कहते अंतकाल संगी ना कोई, संत संग ना छूटे। जब तक असी इस चीज़ों को विचारते नहीं, शब्दों को विचारते नहीं है, तो कोई फायदा ही नहीं है। नाम ले लिया, नाम लेके जपिया नहीं तो कोई फायदा ही नहीं है। गुरुद्वारे गए, बाणी को सुनिया, बाणी को विचार नहीं किया तो की फायदा गुरुद्वारे जाने का। असी कि कलयुग के अंदर इन कल कहने हैं, कलयुग कुछ नहीं है। कलयुग सारी अपनी विचार है, अपनी सोच है। काल है ही कुछ नहीं है। जिन्हों के घर के प्रभु का नाम चल रहा है, उन्होंने घर में प्रेम है, तो सतयुग है। इतने कलेश है, कलयुग। कहते काल काल सब कोई कहे, काल न चीने कोई, जैसे मन की भावना काल कहावे सोच। असं सारे इस वेले जिन्ने भी जीव हाँ, असी शोर ही मचा रहे, काल बहुत भारी है, काल बहुत भारी है, काल समय बहुत भारी आ रहा है, काल बहुत भारा हो गया है। पर महाराज कहते कबीर साहब, तो काल तो कुछ है ही नहीं। कहते साढ़े अपने मन के विचार हैं, अपने मन की सोच है। क्योंकि जिथे एक नफरत होगी, जिथे वैर होगा, विरोध होगा, किसी को उच्चा या नीवा दिखाने की कोशिश की जाए, उत्थे काल है। जिथे प्रेम है, जिथे जिस परिवार के अंदर प्रेम है, दोस्ती मित्र च प्रेम है, भैन भरावां च प्रेम है, वाइफ हसबैंड का प्रेम है, उत्थे आपे सतयुग है। जिथे माता पिता की सेवा की जाती है, माता